Hi everyone, this video is entirely for the students who are going to appear for US F1 interviews. ਇਸ ਵੀਡੀਓ ਵਿੱਚ ਸਿਰਫ ਤੇ ਸਿਰਫ ਆਪਾਂ ਇੰਟਰਵਿਊ ਵਿੱਚ ਕਿਹੜੀਆਂ ਚੀਜ਼ਾਂ ਧਿਆਨ ਰੱਖਣੀਆਂ ਹਨ ਜਾਂ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਹਨ ਜਾਂ ਇੰਟਰਵਿਊ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਹੈ, ਸਿਰਫ ਇਹਦੇ ਬਾਰੇ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਤੇ ਮੈਂ ਉਹ ਸਾਰੇ ਸਟੂਡੈਂਟਸ ਨੂੰ ऑल द बेस्ट बोलांगा जेड़े हुण इंटरव्यू ਲਈ जा रहे हैं। बहुत लंबे समय तो आप इंतजार कर ले सीगे कि इंटरव्यू के स्लॉट नहीं खुल रहे ਜਾਂ इंटरव्यू के स्लॉट कदों खुलणगे। सो फाइनली ਜਿਹੜਾ डे इज देयर कि हुण इंटरव्यू ਤੁਹਾਨੂੰ स्लॉट मिल चुकिया है, ਤੁਹਾਨੂੰ इंटरव्यू की डेट मिल चुकी है एंड जिन्हां विचों हज़ारां बच्चे IBT ओवरसीज़ ਦੇ ਵੀ ਹਨ ਜਿਹੜੇ अप्रैल ਜਾਂ मई ਵਿੱਚ इंटरव्यू ਲਈ जा रहे ਹਨ। सो ਹੁਣ तक ਦਾ ਤੁਹਾਡਾ ਸਫ਼ਰ ਬਹੁਤ ਵਧੀਆ ਰਿਹਾ ਹੋਵੇਗਾ, बट द टाइम हैज़ कम कि ਹੁਣ ਤੁਸੀਂ ਆਪਣੀ ਕਮਰ ਕੱਸ ਲਓ ਤੇ ਇੰਟਰਵਿਊ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਕਰੋ। ਸੋ ਮੇਰਾ ਇਹ ਵੀਡੀਓ ਪਾਉਣ ਦਾ ਸਿਰਫ ਤੇ ਸਿਰਫ ਇੱਕ ਹੀ ਮਕਸਦ ਹੈ ਕਿ ਤੁਸੀਂ ਕੁਝ ਚੀਜ਼ਾਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਹਨ ਉਹ ਕਿਹੜੀਆਂ ਹਨ। ਸੋ ਸਭ ਤੋਂ ਪਹਿਲਾਂ ਕਿ ਤੁਸੀਂ ਉਹ ਡਾਕੂਮੈਂਟਸ ਜ਼ਰੂਰ ਲੈ ਕੇ ਜਾਣੇ ਹਨ ਜਿਹੜੇ ਰਿਕੁਆਇਰਡ ਹਨ। ਦੇਖੋ ਤੁਹਾਡਾ ਬਾਇਓਮੈਟ੍ਰਿਕ ਹੋਏਗਾ 2-3 ਦਿਨ ਪਹਿਲਾਂ ਤੇ ਇੰਟਰਵਿਊ ਹੋਏਗੀ ਬਾਅਦ ਵਿੱਚ। ਸੋ ਬਾਇਓਮੈਟ੍ਰਿਕ ਦੇ ਟਾਈਮ ਤੇ ਤੁਸੀਂ ਆਪਣੇ ਪਾਸਪੋਰਟ ਲੈ ਕੇ ਜਾਣਾ ਹੈ ਜਾਂ ਤੁਸੀਂ ਆਪਣੀ ਸੇਵਿੰਗਸ ਦੀ ਰਸੀਟ ਲੈ ਕੇ ਜਾਣੀ ਹੈ ਜਾਂ ਤੁਸੀਂ ਆਪਣੀ I-20 ਲੈ ਕੇ ਜਾਣੀ ਹੈ। ਇਸ ਤੋਂ ਜ਼ਿਆਦਾ ਕੁਝ ਵੀ ਬਾਇਓਮੈਟ੍ਰਿਕ ਦੇ ਟਾਈਮ ਤੇ ਕੈਰੀ ਕਰਨ ਦੀ ਜ਼ਰੂਰਤ ਨਹੀਂ ਹੈ। देयर आर द ਕੰਸਲਟੈਂਟਸ ਜਿਹੜੇ ਬੱਚਿਆਂ ਨੂੰ ਬੋਲਦੇ ਜੀ ਸਾਰਾ ਕੁਝ ਲੈ ਜਾਓ, ਇਟਸ ਰੀਅਲੀ ਨਾਟ ਰਿਕੁਆਇਰਡ। ਸੋ ਇਸ ਤੋਂ ਬਾਅਦ ਜਦੋਂ ਤੁਸੀਂ ਇੰਟਰਵਿਊ ਵਾਲੇ ਦਿਨ ਜਾਣਾ ਹੈ, ਇੰਟਰਵਿਊ ਵਾਲੇ ਦਿਨ ਆਪਣੇ ਆਪ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ ਹੈ, ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿਹੜੇ ਡਾਕੂਮੈਂਟਸ ਲੈ ਕੇ ਜਾਣੇ ਹਨ। ਸੋ ਉਹਨਾਂ ਡਾਕੂਮੈਂਟਸ ਦੀ ਗੱਲ ਕਰੀਏ, ਉਹ ਸਾਰੇ ਡਾਕੂਮੈਂਟ ਜਿਹੜੇ ਤੁਸੀਂ ਜਦੋਂ ਵੀਜ਼ਾ ਅਪਲਾਈ ਕਰ ਰਹੇ ਸੀਗੇ, ਜਦੋਂ ਤੁਸੀਂ ਯੂਨੀਵਰਸਿਟੀ ਵਿੱਚ ਆਫਰ ਲੈਟਰ ਜਾਂ I-20 ਲਈ ਅਪਲਾਈ ਕੀਤਾ ਸੀਗਾ, ਉਦੋਂ ਕਿਹੜੇ ਡਾਕੂਮੈਂਟ ਤੁਸੀਂ ਦਿੱਤੇ ਸੀਗੇ ਉਹ ਸਾਰੇ ਲੈ ਕੇ ਜਾਣੇ ਪੈਣਗੇ। ਮਤਲਬ ਕਿ ਤੁਹਾਡਾ 10th ਦਾ ਸਰਟੀਫਿਕੇਟ, ਤੁਹਾਡਾ +2 ਦਾ ਸਰਟੀਫਿਕੇਟ, ਗ੍ਰੈਜੂਏਸ਼ਨ ਦੀ ਡਿਗਰੀ, ਗ੍ਰੈਜੂਏਸ਼ਨ ਦੇ ਸਰਟੀਫਿਕੇਟ, ਪੋਸਟ ਗ੍ਰੈਜੂਏਸ਼ਨ ਜਾਂ ਜੇ ਕੋਈ ਡਿਪਲੋਮਾ ਕੀਤਾ ਹੈ ਉਹ ਵਾਲੀਆਂ ਚੀਜ਼ਾਂ, ਚਾਹੇ ਤੁਸੀਂ ਕੋਈ ਵਰਕ ਐਕਸਪੀਰੀਅੰਸ ਦਿਖਾਇਆ ਹੈ ਉਹਦੀ ਅਪਾਇੰਟਮੈਂਟ ਲੈਟਰ, ਉਹਦੀ ਇਸ ਤੋਂ ਇਲਾਵਾ ਅਪਾਇੰਟਮੈਂਟ ਲੈਟਰ ਤੋਂ ਇਲਾਵਾ ਐਕਸਪੀਰੀਅੰਸ ਲੈਟਰ ਜੇ ਤੁਹਾਡੇ ਕੋਲ ਹੈ, ਇਸ ਤੋਂ ਇਲਾਵਾ ਤੁਹਾਡਾ ਪਾਸਪੋਰਟ, ਇਸ ਤੋਂ ਇਲਾਵਾ ਤੁਹਾਡੇ ਬੈਂਕ ਦੇ ਫਾਈਨੈਂਸ਼ੀਅਲਸ ਜਿਸ ਵਿੱਚ ਤੁਹਾਡੀ ਬੈਲੈਂਸ ਸਟੇਟਮੈਂਟ ਤੇ ਇਸ ਤੋਂ ਇਲਾਵਾ ਤੁਹਾਡੀ ਬੈਂਕ ਦੀ ਸਟੇਟਮੈਂਟ, ਇਹ ਦੋ ਚੀਜ਼ਾਂ ਤੁਹਾਨੂੰ ਰਿਕੁਆਇਰਡ ਹੋ ਗਈਆਂ। ਤੇ ਪਾਸਪੋਰਟ ਤਾਂ ਜ਼ਰੂਰ ਲੈ ਕੇ ਜਾਣਾ, ਇਹ ਤਾਂ ਬਿਲਕੁਲ ਵੀ ਨਾ ਭੁੱਲਣਾ। ਇਸ ਤੋਂ ਇਲਾਵਾ ਤੁਹਾਡੀ I-20, ਤੁਹਾਡੀ ਸੇਵਿੰਗਸ ਦੀ ਰਸੀਟ, ਇਹ ਸਭ ਚੀਜ਼ਾਂ ਤੁਸੀਂ ਜ਼ਰੂਰ ਲੈ ਕੇ ਜਾਣੀਆਂ ਜਦੋਂ ਤੁਸੀਂ ਐਮਬੈਸੀ ਇੰਟਰਵਿਊ ਲਈ ਅਪੀਅਰ ਹੋਣ ਜਾ ਰਹੇ ਹੋ। ਨੈਕਸਟ ਆਪਾਂ ਆਉਂਦੇ ਹਾਂ ਤੁਹਾਡਾ ਅਟਾਇਰ ਕਿੱਦਾਂ ਦਾ ਹੋਣਾ ਚਾਹੀਦਾ ਹੈ। I have seen the consultants suggesting the students to go in only formals or the kind of attire I am wearing. This is really not fruitful. मैं suggest ਕਰਾਂਗਾ ਜਿਸ attire 'ਚ ਤੁਸੀਂ comfortable feel ਕਰਦੇ ਹੋ। ਇਹ ਨਾ ਹੋਵੇ ਕਿ ਜ਼ਿੰਦਗੀ 'ਚ ਕਦੀ ਕੋਟ ਪੈਂਟ ਤਾਂ ਪਾਇਆ ਨਹੀਂ ਤਾਂ ਤੁਸੀਂ ਇੰਟਰਵਿਊ ਵਾਲੇ ਦਿਨ ਕੋਟ ਪੈਂਟ ਪਾ ਕੇ ਚਲੇ ਜਾਓ। It's really not good. ਤੁਸੀਂ ਜਿਸ ਡਰੈਸ 'ਚ ਕੰਫਰਟੇਬਲ ਹੋ ਉਹ ਡਰੈਸ 'ਚ ਜਾਇਓ। ਹਾਂ, ਜ਼ਿਆਦਾ ਫੰਕੀ ਨਾ ਹੋਵੇ, ਜ਼ਿਆਦਾ ਸਪੋਰਟਸ ਲੁੱਕ ਨਾ ਹੋਵੇ ਤੁਹਾਡੀ, ਥੋੜ੍ਹੇ ਜਿਹੇ ਤੁਸੀਂ ਡੀਸੈਂਟ ਦਿਖਣੇ ਚਾਹੀਦੇ ਹੋ, ਰਾਈਟ। ਸੋ ਹੁਣ ਆਪਾਂ ਗੱਲ ਕਰਦੇ ਹਾਂ ਇੰਟਰਵਿਊ ਦੇ ਟਾਈਮ ਤੇ ਕਿਹੜੇ ਕੁਐਸਚਨ ਪੁੱਛੇ ਜਾ ਸਕਦੇ ਆ। ਦੇਖੋ ਆਪਾਂ ਸਿਰਫ ਉਹਨਾਂ ਹੀ ਕੁਐਸਚਨ ਬਾਰੇ ਡਿਸਕਸ ਕਰਾਂਗੇ ਜਿਹੜੇ ਮੈਜੋਰਿਟੀ ਆਫ ਸਟੂਡੈਂਟਸ ਨੂੰ ਪੁੱਛੇ ਗਏ ਹਨ। ਵੈਸੇ ਤਾਂ ਇਹ ਕੁਐਸਚਨ ਦੀ ਲਿਸਟ ਬਹੁਤ ਲੰਬੀ ਹੈ, ਬਟ ਵੀ ਆਰ ਓਨਲੀ ਗੋਇੰਗ ਟੂ ਡਿਸਕਸ ਦ ਕਾਈਂਡ ਆਫ ਕੁਐਸਚਨਸ ਵਿਚ ਹੈਵ ਬੀਨ ਆਸਕਡ to the majority of the students. So starting with the very first question, the question they may ask is why USA? USA क्यों जाना चाहते हो? इस तो अलावा why this university? इस तो अलावा how many universities you applied for? How many offer letters you have? इस तो अलावा की पूछा जा सकता है how many I-20s you have got? Right? Next question जिहड़ा तैनूं पूछा जा सकदा that is going to related with your course, which course you have opted for, right? Student कहंदे जी मैं opt कीता है business administration. No, it should be bachelor's in business administration course and make sure कि तुहाडे consultant ने ਤੈਨੂੰ ਕੋਰਸ ਰੈਲੀਵੈਂਟ ਦਿੱਤਾ ਹੋਵੇ, ਬਿਕੋਜ਼ ਮੈਜੋਰਿਟੀ ਆਫ ਦੀ ਕੇਸਿਸ ਜਿੱਥੇ ਮੈਂ ਦੇਖਿਆ ਹੈ ਰਿਫਿਊਜ਼ਲ ਆਉਂਦੀ ਹੈ ਬਿਕੋਜ਼ ਕੋਰਸ ਰੈਲੀਵੈਂਟ ਨਹੀਂ ਹੈ। ਬੱਚੇ ਨੇ +2 ਆਰਟਸ ਵਿੱਚ ਕੀਤੀ ਹੈ, ਉਸ ਤੋਂ ਬਾਅਦ ਉਹਨੂੰ ਸਾਇੰਸ ਦਾ ਕੋਰਸ ਦਿੱਤਾ ਗਿਆ, ਉਹਨੂੰ IT ਦਾ ਕੋਰਸ ਦਿੱਤਾ ਗਿਆ, ਇਟਸ ਨਾਟ ਰੈਲੀਵੈਂਟ। ਸੋ ਮੇਕ ਸ਼ੋਰ ਕਿ ਤੁਹਾਡਾ ਕੋਰਸ ਰੈਲੀਵੈਂਟ ਹੋਣਾ ਚਾਹੀਦਾ ਹੈ। ਤੁਹਾਨੂੰ ਇਨਫੋਰਮੇਸ਼ਨ ਪੁੱਛ ਸਕਦੇ ਆ ਕਿ ਤੁਹਾਡੇ ਕੋਰਸ ਦਾ ਮੇਜਰ ਕੀ ਹੈ, ਤੁਹਾਡੇ ਕੋਰਸ ਦਾ ਮਾਈਨਰ ਕੀ ਹੈ। ਇਸ ਤੋਂ ਇਲਾਵਾ ਯੂ ਸ਼ੁਡ ਹੈਵ ਦਾ ਰਿਸਰਚ ਅਬਾਊਟ ਯੋਰ ਯੂਨੀਵਰਸਿਟੀ, ਯੂਨੀਵਰਸਿਟੀ ਦਾ ਪ੍ਰਿੰਸੀਪਲ ਜਾਂ ਡਾਇਰੈਕਟਰ ਕੌਣ ਹੈ,
ਤੁਹਾਡਾ ਐਡਮਿਸ਼ਨ ਆਫਿਸਰ ਕੌਣ ਹੈ, ਅਸਿਸਟੈਂਟ ਡਾਇਰੈਕਟਰ ਕੌਣ ਹੈ, ਯੂਨੀਵਰਸਿਟੀ ਕਿੰਨੇ ਏਕੜ 'ਚ ਬਣੀ ਹੈ, ਜਾਂ ਇਸ ਤੋਂ ਇਲਾਵਾ ਯੂਨੀਵਰਸਿਟੀ ਕਿੰਨੀ ਪੁਰਾਣੀ ਹੈ, ਵਟ ਇਜ਼ ਬੈਸਟ ਥਿੰਗ ਅਬਾਊਟ ਯੋਰ ਯੂਨੀਵਰਸਿਟੀ, ਦੇ ਮੈਂ ਆਸਕ ਦਿਸ ਕੁਐਸਚਨ। ਇਸ ਤੋਂ ਇਲਾਵਾ ਜਿਹੜੇ ਕੁਐਸਚਨ ਪੁੱਛੇ ਜਾ ਸਕਦੇ ਉਹ ਪੁੱਛੇ ਜਾ ਸਕਦੇ ਕਿ ਤੁਹਾਡੀ ਪ੍ਰੀਵੀਅਸ ਕੁਆਲੀਫਿਕੇਸ਼ਨ ਬਾਰੇ, ਦੈਟ ਵਟ ਹੈਵ ਯੂ ਡਨ ਅਰਲੀਅਰ, ਦੇ ਮੈਂ ਆਸਕ ਦਿਸ ਕੁਐਸਚਨ। ਸੋ ਲੈਟਸ ਸਪੋਜ਼ ਤੁਸੀਂ ਬੈਚਲਰਸ ਕੀਤੀ ਹੈ, ਯੂ ਸ਼ੁਡ ਬੀ ਕੌਨਫੀਡੈਂਟ ਅਬਾਊਟ ਯੋਰ ਬੈਚਲਰਸ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਬੈਚਲਰਸ ਕਦੋਂ ਕੰਪਲੀਟ ਕੀਤੀ ਹੈ, ਤੁਸੀਂ ਬੈਚਲਰਸ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪੜ੍ਹੀਆਂ ਹਨ, ਸੋ ਇਹਦੇ ਬਾਰੇ ਕੁਐਸਚਨ ਹੋ ਸਕਦਾ ਹੈ। ਜਾਂ ਇਸ ਤੋਂ ਬਾਅਦ ਜੇ ਤੁਸੀਂ ਕੋਈ ਡਿਪਲੋਮਾ ਕੀਤਾ ਹੈ, ਉਸ ਡਿਪਲੋਮਾ ਬਾਰੇ ਕੁਐਸਚਨਿੰਗ ਹੋ ਸਕਦੀ ਹੈ ਕਿ ਉਹ ਡਿਪਲੋਮਾ ਕਿੱਥੋਂ ਕੀਤਾ ਹੈ, ਉਹ ਡਿਪਲੋਮੇ ਵਿੱਚ ਤੁਸੀਂ ਕੀ ਲਰਨ ਕੀਤਾ ਹੈ। ਇਸ ਤੋਂ ਇਲਾਵਾ ਤੁਹਾਡਾ ਪ੍ਰੀਵੀਅਸ ਐਕਸਪੀਰੀਅੰਸ ਬਾਰੇ, ਕਿੰਨੀ ਸੈਲਰੀ ਲੈ ਰਹੇ ਸੀਗੇ, ਕਿੰਨਾ ਚਿਰ ਕੰਮ ਕੀਤਾ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਦੇ ਮੇ ਆਸਕ ਦਾ ਕੁਐਸਚਨ ਅਬਾਊਟ ਦਾ ਗੈਪ। ਲੈਟਸ ਸਪੋਜ਼ you have done your bachelor's in 2020 and now you're applying in 2023 and you have not given any kind of justification in the application, so ਤੁਹਾਨੂੰ ਪੁੱਛਣਗੇ what have you done in last 3 years, so ਤੁਹਾਡੇ ਕੋਲ ਦਾ ਆਨਸਰ ਤਿਆਰ ਹੋਣਾ ਚਾਹੀਦਾ ਹੈ। maybe you can say I was helping my father in the business, maybe I was doing some freelancing job, ਤੁਸੀਂ ਇਸ ਤਰ੍ਹਾਂ ਆਪਣਾ ਜਵਾਬ ਦੇ ਸਕਦੇ ਹੋ। then they may ask the question who is supporting you financially or who is going to pay for your fee. Apart from that, they can ask what is the tuition fee of your course, what is going to be the annual living cost in that particular state. So ਇਹਦੇ ਉੱਪਰ questioning ਹੋ ਸਕਦੀ। student ਕਹਿੰਦੇ ਜੀ my father is supporting my studies, then they will ask what's your father's occupation. So you should be ready with all these kind of questions, that what is your father's occupation. ਹਾਂ, ਇੱਕ ਚੀਜ਼ ਮੈਂ ਤੁਹਾਨੂੰ suggest ਕਰਨਾ ਚਾਹਾਂਗਾ, ਜੇ ਇਹ ਪੁੱਛਿਆ ਜਾਵੇ ਕਿ ਫਾਦਰ ਕਮਾਉਂਦੇ ਕਿੰਨਾ ਹੈ, what's your father's earning, you should not say anything less than 15 lakh, because 15 ਲੱਖ ਤੋਂ ਘੱਟ ਜੋ ਇੱਕ ਸਾਲ ਦਾ ਕਮਾ ਰਿਹਾ, that means he is not that good to afford your studies. so 15 ਲੱਖ ਦੇ ਆਸ-ਪਾਸ ਜਾਂ ਇਸ ਤੋਂ ਜ਼ਿਆਦਾ ਹੀ ਕਹਿਣਾ, right? ਇਸ ਤੋਂ ਇਲਾਵਾ ਉਹ ਪੁੱਛ ਸਕਦੇ ਆ they may ask you to show the bank certificate ਜਾਂ bank statement। ਇਹ ਅੱਜ ਤੱਕ 1-2% ਬੱਚਿਆਂ ਨੂੰ ਹੀ ਪੁੱਛਿਆ ਗਿਆ ਹੈ, ਬਟ ਫਿਰ ਵੀ मैं तेन suggest करांगा you should have the bank statement, latest bank statement with you before appearing for a USA F1 interview. And lastly, they may ask the question about what is your future vision, why you want to do this course. Let's suppose ਤੁਸੀਂ +2 ਕੀਤੀ ਹੈ ਆਰਟਸ ਵਿੱਚ, ਫਿਰ ਤੁਸੀਂ ਬਿਜ਼ਨਸ ਕੋਰਸ ਕਰ ਰਹੇ ਹੋ, they may ask why you doing this course, and they may ask what is your vision, ਤੁਸੀਂ ਇਹ ਕੋਰਸ ਕਿਉਂ ਕਰਨਾ ਚਾਹੁੰਦੇ ਹੋ। so you can say I want to help my father in the business, or I want to set up my own business coming into India. so they may ask another question, what if you are getting an opportunity to work in USA, so what would you say। ਇਹਦੇ ਲਈ ਤੁਹਾਨੂੰ ਤਿਆਰ ਰਹਿਣਾ ਪਵੇਗਾ। ਇਹਦਾ ਜਵਾਬ ਕੀ ਦੇ ਸਕਦੇ ਹੋ, ਸਰ I don't have any plan to stay in USA, but during my studies if in my OPT, that is optional practical training, ਜਾਂ in my CPT curriculum practical training, ਜੇ ਮੈਨੂੰ ਕੈਂਪਸ ਵੱਲੋਂ ਕੋਈ ਜੌਬ ਆਫਰ ਹੁੰਦੀ ਹੈ ਜਾਂ ਮਾਰਕੀਟ ਤੋਂ ਕੋਈ ਜੌਬ ਆਫਰ ਹੁੰਦੀ ਹੈ within the law, I'll do that job, but I don't have any plans to stay in USA. they may ask the question, is anyone known to you, let's suppose your brother, sister or your cousin is there in USA, say straight away no, there is no one who is known to me is there in USA, right? ਇਹ ਜਵਾਬ ਦੇਣਾ ਤੁਸੀਂ। ਤਾਂ let's suppose ਤੁਸੀਂ previously refused ਹੋ, ਤੁਸੀਂ ਪਹਿਲਾਂ refusal ਲੈ ਚੁੱਕੇ ਹੋ, ਉਹਦੇ ਬਾਰੇ question ਹੋ ਸਕਦਾ ਹੈ why have you been refused earlier, so you should be ready with the answer, maybe my course was not relevant, ਇਹ ਕਹਿ ਸਕਦੇ ਹੋ, maybe I was not prepared for the interview that time, so that's the reason I got refusal। ਫਿਰ ਉਹ ਕੁਐਸਚਨ ਪੁੱਛ ਸਕਦੇ ਹਾਊ ਮੈਨੀ ਯੂਨੀਵਰਸਿਟੀਜ਼ ਯੂ ਅਪਲਾਈਡ ਇਨ, ਲੈਟਸ ਸਪੋਜ਼ 4 ਜਗ੍ਹਾ ਅਪਲਾਈ ਕੀਤਾ ਹੈ, ਯੂ ਸ਼ੁਡ ਹੈਵ ਇਟ ਔਨ ਯੋਰ ਟਿਪਸ, ਕਿੱਥੇ ਮੈਂ ਅਪਲਾਈ ਕੀਤਾ ਹੈ। ਲੈਟਸ ਸਪੋਜ਼ ਤੁਸੀਂ ਆਪ ਐਪਲੀਕੇਸ਼ਨ ਕੀਤੀ ਹੈ ਜਾਂ ਤੁਹਾਡੇ ਕੰਸਲਟੈਂਟ ਨੇ ਤੁਹਾਡੇ ਲਈ ਐਪਲੀਕੇਸ਼ਨ ਕੀਤੀ ਹੈ ਐਂਡ ਉਹਨੇ ਇੱਕ ਹੀ ਜਗ੍ਹਾ ਅਪਲਾਈ ਕੀਤਾ ਹੈ, ਡੋਂਟ ਮੈਂਸ਼ਨ ਅਬਾਊਟ ਇਟ, ਆਪਣੇ ਵੱਲੋਂ 2-3-4 ਯੂਨੀਵਰਸਿਟੀਜ਼ ਬੋਲ ਦੇਣਾ ਮੈਂ ਅਪਲਾਈ ਕੀਤਾ ਹੈ। ਦੇ ਡੋਂਟ ਹੈਵ ਐਨੀ ਕਾਈਂਡ ਆਫ ਸਿਸਟਮ ਟੂ ਗੈਟ ਇਟ ਚੈੱਕਡ ਕਿ ਕਿੰਨੀ ਜਗ੍ਹਾ ਅਪਲਾਈ ਕੀਤਾ ਹੈ। ਉਹਨਾਂ ਕੋਲ ਇਹ ਸਿਸਟਮ ਤਾਂ ਜ਼ਰੂਰ ਹੈ ਕਿ ਕਿੰਨੀਆਂ I-20 ਮਿਲੀਆਂ ਹੈ, ਬਟ ਇਹ ਸਿਸਟਮ ਨਹੀਂ ਹੈ ਕਿ ਕਿੰਨੀ ਜਗ੍ਹਾ ਅਪਲਾਈ ਕੀਤਾ ਹੈ। ਸੋ ਯੂ ਸ਼ੁਡ ਨਾਟ ਬੀ ਵਰੀਡ ਅਬਾਊਟ ਇਟ ਕਿ ਇਹਦਾ ਮੈਂ ਆਨਸਰ ਕੀ ਦੇਵਾਂ। ਆਪਣੇ ਵੱਲੋਂ ਕੁਝ ਵੀ 3-4 ਯੂਨੀਵਰਸਿਟੀਜ਼ ਬੋਲ ਸਕਦੇ ਹੋ, ਬਟ ਤੁਹਾਡਾ ਇਹ ਬੋਲਣਾ ਜ਼ਰੂਰੀ ਹੈ ਬਿਕੋਜ਼ ਯੂ ਆਰ ਗੋਇੰਗ ਟੂ ਪ੍ਰੈਜ਼ੈਂਟ ਐਜ਼ ਅ ਕਾਈਂਡ ਆਫ ਅ ਸਟੂਡੈਂਟ ਹੂ ਇਜ਼ ਵੈਰੀ ਜੈਨੂਅਨ। ਸੋ ਇੱਕ ਜੈਨੂਅਨਨੈਸ ਸ਼ੋ ਕਰਨ ਲਈ ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਮੈਂ ਕਾਫੀ ਜਗ੍ਹਾ ਅਪਲਾਈ ਕੀਤਾ ਹੈ।
ਸੋ ਇਸ ਤੋਂ ਇਲਾਵਾ ਸਟੂਡੈਂਟਸ ਬਹੁਤ ਸਾਰੇ ਕੁਐਸਚਨਸ ਹਨ ਜਿਹੜੇ ਪੁੱਛੇ ਜਾ ਸਕਦੇ ਹਨ। ਇਹ ਉਹ ਵਾਲੇ ਸਵਾਲ ਹੈ ਜਿਹੜੇ ਜਨਰਲੀ ਸਭ ਨੂੰ ਪੁੱਛੇ ਜਾਂਦੇ ਆ। ਸੋ ਇਹਨਾਂ ਲਈ ਜ਼ਰੂਰ ਤਿਆਰ ਰਹਿਣਾ ਐਂਡ ਮੇਰੇ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਆਲ ਦਾ ਬੈਸਟ। ਥੈਂਕ ਯੂ।